ਤਰਬੂਜ ਖਰੀਦਦੇ ਆ, ਸਾਲ ਦੇ ਤੌਰ ਤੇ 5 ਕਿਲੋ ਦਾ ਇੱਕ ਦਾਣਾ ਹੈ। ਹੁਣ ਖਾਣੇ ਆ ਤੇ ਸਭ ਤੋਂ ਪਹਿਲਾਂ ਉਸ ਦਾ ਮੋਟਾ ਛਿਲਕਾ ਬਾਹਰ ਵਾਲਾ ਉਹ ਉਤਾਰਨੇ ਆ। ਉਸ 5 ਕਿਲੋ ਦੇ ਵਿੱਚੋਂ ਕਮ ਅਜ਼ ਕਮ 1 ਕਿਲੋ ਉਹ ਛਿਲਕੇ ਦਾ ਵਜ਼ਨ ਬਣ ਜਾਂਦਾ ਹੈ, ਯਾਨੀ ਤਕਰੀਬਨ 20%। ਲੇਕਿਨ ਕਦੀ ਅਫਸੋਸ ਨਹੀਂ ਹੋਇਆ ਬਸ ਇਹ ਛਿਲਕਾ ਸੱਟਣ ਲੱਗੇ, ਕਦੀ ਪਰੇਸ਼ਾਨ ਨਹੀਂ ਹੋਏ, ਕਦੀ ਦਿਲ ਵਿੱਚ ਖਿਆਲ ਨਹੀਂ ਆਇਆ ਬਈ ਯਾਰ ਤਰਬੂਜ ਨੂੰ ਛਿਲਕੇ ਦੇ ਨਾਲ ਹੀ ਖਾ ਲਈਏ, ਨਾ ਨਾ ਬਿਲਕੁਲ ਵੀ ਨਹੀਂ। ਤੇ ਇਹ ਹੀ ਹਾਲ ਮਾਲਟੇ ਦਾ ਹੈ। ਜਦੋਂ ਮਾਲਟਾ ਖਰੀਦਦੇ ਆ ਉਸ ਦੇ ਨਾਲ ਛਿਲਕਿਆਂ ਦਾ ਵੀ ਵਜ਼ਨ ਹੁੰਦਾ ਹੈ, ਲੇਕਿਨ ਛਿਲਕੇ ਕਦੀ ਖਾਦੇ ਨਹੀਂ ਬਲਕਿ ਉਤਾਰ ਕੇ ਮਾਲਟਾ ਖਾਈਦਾ ਤੇ ਫਿਰ ਛਿਲਕਾ ਸੱਟਣ ਲੱਗਿਆ ਕੋਈ ਤਕਲੀਫ ਵੀ ਨਹੀਂ ਹੁੰਦੀ। ਅਸੀਂ ਜਨਾਬ ਮੁਰਗੀ ਖਰੀਦਨੇ ਆ, ਜ਼ਿੰਦਾ ਮੁਰਗੀ ਅਗਰ ਦੁਕਾਨ ਤੋਂ ਖਰੀਦੀਏ ਉਹ ਸਮੇਤ ਪਰਾਂ ਦੇ ਤੋਲ ਕੇ ਦਿੰਦੇ ਨੇ, ਸਮੇਤ ਉਹਦੇ ਪੇਟ ਦੇ ਅੰਦਰ ਜੋ ਗੰਦ ਹੁੰਦਾ ਹੈ ਸਮੇਤ ਉਹਦੇ ਤੋਲ ਕੇ ਦਿੰਦੇ ਨੇ। ਅਸੀਂ ਘਰ ਆ ਕੇ ਸਾਫ਼ ਕਰਕੇ ਵਿੱਚੋਂ ਉਸ ਨੂੰ ਮਾਈਨਸ ਕਰ ਦਿੰਦੇ ਆ, ਕੱਢ ਕੇ ਸੁੱਟ ਦਿੰਦੇ ਆ, ਲੇਕਿਨ ਕਦੀ ਪਰੇਸ਼ਾਨੀ ਨਹੀਂ ਹੋਈ ਭਾਈ ਇਸ ਨੂੰ ਕਿਉਂ ਸੁੱਟ ਰਹੇ ਆ। ਹਾਲਾਂਕਿ ਉਹ ਵੀ ਵਜ਼ਨ ਵਿੱਚ ਆਇਆ ਹੁੰਦਾ ਹੈ, ਉਹਦੇ ਪੈਸੇ ਭਰ ਕੇ ਆਏ ਹੁੰਦੇ ਨੇ। ਕਦੇ ਇਸ ਗੱਲ ਤੇ ਦੁੱਖ ਹੋਇਆ? ਕਦੀ ਨਹੀਂ ਨਾ। ਤੇ ਫਿਰ ਯਾਰ 40,000 ਦੇ ਵਿੱਚੋਂ 1,000 ਦੇਣ ਲੱਗਿਆ ਕੀ ਤਕਲੀਫ ਹੈ? 1 ਲੱਖ ਦੇ ਵਿੱਚੋਂ 2,500 ਦੇਣ ਲੱਗਿਆ ਸਾਨੂੰ ਕਿਉਂ ਪਰੇਸ਼ਾਨੀ ਹੋ ਜਾਂਦੀ ਹੈ? ਹਾਲਾਂਕਿ ਇਹ ਸਿਰਫ 2.5% ਬਣਦਾ ਹੈ, ਯਾਨੀ 100 ਦੇ ਵਿੱਚੋਂ ਸਿਰਫ 2.5 ਰੁਪਏ ਦੇਣੇ ਹੁੰਦੇ ਨੇ। ਔਰ ਇਹ ਅੰਬ, ਕੇਲੇ, ਮਾਲਟੇ, ਇਹਨਾਂ ਦੀਆਂ ਗੁਠਲੀਆਂ ਤੇ ਇਹਨਾਂ ਦੀ ਖਜੂਰਾਂ ਤੋਂ ਕਿਤਨਾ ਹੀ ਕੰਮ ਹੈ, ਉਸ ਦੇ ਬਾਵਜੂਦ ਅਸੀਂ ਅਦਾ ਨਹੀਂ ਕਰਦੇ। ਇਸਲਾਮ ਇਸ ਨੂੰ ਜ਼ਕਾਤ ਆਖਦਾ ਹੈ ਔਰ ਇਹ ਰਿਜ਼ਕ ਦੀ ਪਾਕੀ, ਮਾਲ ਦੀ ਪਾਕੀ, ਜਿਸਮ ਦੀ ਪਾਕੀ ਤੇ ਇਸ ਦੇ ਨਾਲ ਨਾਲ ਮੁਆਸ਼ਰੇ ਦੀ ਖੁਸ਼ਹਾਲੀ। ਇਤਨੀ ਮਾਮੂਲੀ ਦੀ ਰਕਮ ਯਾਨੀ 40 ਰੁਪਈਆਂ ਦੇ ਵਿੱਚੋਂ ਸਿਰਫ 1 ਰੁਪਿਆ ਦੇਣਾ ਤੇ ਫਾਇਦੇ ਕਿਤਨੇ ਜ਼ਿਆਦਾ, ਅਜਰ ਕਿਤਨਾ ਜ਼ਿਆਦਾ और बरकत कितनी ज़्यादा।